तू सुल्तान कहाँ हूँ मियाँ, तेरी कवन वडाई। जो तू देहे सो कहाँ स्वामी। मैं मूरख कहन न जाई। मैं मूरख की केतक बात है। कोट पराधी तरियारे, गुरु नानक जिन सुनिया पेखिया। से फिर गर्भास ना भरिया रे। गुरु नानक जिन सुनिया पेखिया। से फिर गर्भास न भरिया रे। आसा 12 बरस बालपन बीते। 20 बरस कछ तप न कियो। 30 बरस कछ देव न पूजा। फिर पछताना बिरद भयो। मेरी मेरी करते जन्म गयो। सायर सोख भुजंग बलियो रहाओ। सूके सरवर पाल बंधावे। लुनै खेत हथ बार करे। आयो चोर तुरंत ले गयो। मेरी राखद मुगद फिरै। चरण शीस कर कंपन लागे। नैनी नीर असार बहै। जिह्वा वचन सुध नहीं निकसै। तब रे धर्म की आस करै। हर जियो कृपा करे लिव लावे। लाहा हर हर नाम लियो। गुर प्रसादी हर तन पायो। अंते चलदियां नाल चलियो। कहत कबीर सुनो रे संतो। अन्न धन कछुए लै न गयो। आई तलब गोपाल राय की। माया मंदर छोड़ चलियो। कहत कबीर सुनो रे संतो। अन्न धन कछुए लै न गयो। आई तलब गोपाल राय की। माया मंदर छोड़ चलियो। वाहिगुरु जी का खालसा, वाहिगुरु जी की फतेह। परम सन्मानयोग जुगों जुग अटल सरवरे कायनात दे मालक भगत वचल सतगुरु धन धन श्री गुरु ग्रंथ साहब महाराज जी दी पावन पाक हजूरी विच जुड़ बैठे
ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਇਸ ਸਥਾਨ 'ਤੇ ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਭਗਤਾਂ ਦੀ ਬਾਣੀ ਵਿੱਚੋਂ ਅੱਜ ਦੀ ਜੋ ਵਿਚਾਰ ਹੈ, ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ 15ਵਾਂ ਸ਼ਬਦ ਹੈ। ਪੰਜ ਪਦੇ ਦੁੱਧ ਤੁਕੇ ਦੇ ਸਿਰਲੇਖ ਹੇਠ ਇਹ ਦੂਜਾ ਸ਼ਬਦ ਹੈ। ਪਾਵਨ ਅੰਕ 479 ਦੇ ਉੱਤੇ ਇਹ ਪਾਵਨ ਬੋਲ ਦਰਜ ਹਨ, ਜਿਨ੍ਹਾਂ ਦੇ ਰਾਹੀਂ ਮਨੁੱਖ ਦੀ ਜੋ ਵਿਚਾਰ ਹੈ, ਜੋ ਇਸ ਦੇ ਨਾਲ ਜੁੜਿਆ ਹੈ, ਜਿਸ ਦੇ ਉੱਤੇ ਮਨੁੱਖ ਕਾਬਜ਼ ਹੈ, ਜਿਸ ਨੂੰ ਇਹ ਆਪਣੀ ਆਪਣੀ ਕਰਕੇ ਜੀਵਨ ਗੁਜ਼ਾਰਿਆ ਹੈ। ਅੱਜ ਇਹ ਭੁਲੇਖਾ ਭਗਤ ਕਬੀਰ ਸਾਹਿਬ ਜੀ ਨੇ ਦੂਰ ਕੀਤਾ ਹੈ ਕਿ ਭਾਵੇਂ ਇਹ ਤੇਰਾ ਸਰੀਰ ਹੋਵੇ, ਭਾਵੇਂ ਧਨ ਪਦਾਰਥ ਹੋਣ, ਭਾਵੇਂ ਇਹ ਜ਼ਿੰਦਗੀ ਹੋਵੇ, ਘਰ-ਬਾਰ, ਅੰਨ-ਧਨ, ਜੋ ਵੀ ਕੁਝ ਤੇਰੇ ਕੋਲ ਹੈ, ਜਿਨ੍ਹਾਂ ਨੂੰ ਤੂੰ ਪੂਰੀ ਜ਼ਿੰਦਗੀ ਮੇਰਾ ਮੇਰਾ ਕਰਕੇ ਔਰ ਹੰਕਾਰ ਕਰੀ ਜਾ ਰਿਹਾ ਹੈ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਦੋਂ ਪਰਮੇਸ਼ਰ ਦਾ ਸੱਦਾ ਆਉਣਾ ਹੈ, ਤੂੰ ਸੰਸਾਰ ਤੋਂ ਜਾਵੇਂਗਾ, ਕੋਈ ਚੀਜ਼ ਨਾਲ ਨਹੀਂ ਜਾਵੇਗੀ। ਉਸ ਦ੍ਰਿਸ਼ ਨੂੰ ਸਾਡੀ ਅੱਖਾਂ ਦੇ ਸਾਹਮਣੇ ਰੱਖ ਰਹੇ ਹਨ ਔਰ ਬੜੇ ਪਿਆਰ ਦੇ ਨਾਲ ਜੀਵਨ ਦੇ ਉਹ ਪੜਾਅ ਦੱਸੇ ਨੇ ਸ਼ਬਦ ਵਿੱਚ ਕਿ ਜੋ ਸਮਾਂ ਸਾਨੂੰ ਚੰਗੇ ਕੰਮਾਂ ਵਾਸਤੇ ਮਿਲਿਆ ਅਤੇ ਅਸੀਂ ਗਾਫਲ ਹੋ ਕੇ ਉਹਨੂੰ ਕਿਵੇਂ ਗਵਾ ਰਹੇ ਹਾਂ। ਆਓ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੂੰ ਝੁਕਾਓ ਸੀਸ, ਲਵਾਓ ਹਾਜ਼ਰੀਆਂ, ਗੁਰ ਮੰਤਰ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਸੰਸਾਰ ਦੇ ਵਿੱਚ ਆਉਂਦਾ ਹੈ। ਸੰਸਾਰ ਦੇ ਵਿੱਚ ਜਦੋਂ ਇਹ ਜਨਮਦਾ ਹੈ, ਉਸ ਵੇਲੇ ਪਹਿਲੇ ਦਿਨ ਇਹਨੂੰ ਸਾਰੇ ਹੀ ਓਪਰੇ ਲੱਗਦੇ ਹਨ, ਕੋਈ ਵੀ ਆਪਣਾ ਨਹੀਂ ਲੱਗਦਾ। ਪਰ ਜਿਵੇਂ ਜਿਵੇਂ ਆਲੇ ਦੁਆਲੇ ਤੋਂ ਆਵਾਜ਼ਾਂ ਆਉਂਦੀਆਂ ਨੇ ਔਰ ਇਹ ਮੇਰੇ ਮੇਰੇ ਦੀ ਆਵਾਜ਼ ਸੁਣਦਾ ਹੈ, ਮੇਰਾ ਪੁੱਤ, ਮੇਰੀ ਧੀ, ਮੇਰਾ ਲਾਲ, ਮੇਰਾ ਲਾਡਲਾ, ਹੌਲੀ ਹੌਲੀ ਇਹ ਲਫ਼ਜ਼ ਇਸ ਦੇ ਕੰਨਾਂ ਵਿੱਚ ਇਤਨੇ ਪਾਏ ਜਾਂਦੇ ਹਨ ਕਿ ਇਸ ਨੂੰ ਮੇਰੇ ਦੇ ਨਾਲ ਪਿਆਰ ਹੋ ਜਾਂਦਾ ਹੈ, ਮੇਰੀ ਦੇ ਨਾਲ ਪਿਆਰ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਕਿ ਇਸ ਤਰ੍ਹਾਂ ਸੰਸਾਰ ਦੇ ਵਿੱਚ ਆ ਕੇ ਇਸ ਬੱਚੇ ਦਾ ਸੰਸਾਰ ਦੀਆਂ ਵਸਤੂਆਂ ਨਾਲ ਪਿਆਰ ਪੈ ਜਾਂਦਾ ਹੈ। ਹੌਲੀ ਹੌਲੀ ਮਮਤਾ ਦਾ ਜਨਮ ਹੁੰਦਾ ਹੈ। ਇਹ ਆਪਣਤ ਘਰ ਘਰ ਜਾਂਦੀ ਹੈ ਕਿ ਇਹ ਸੈ, ਇਹ ਵਸਤੂ, ਇਹ ਤਨ, ਇਹ ਪਦਾਰਥ, ਇਹ ਪਰਿਵਾਰ, ਇਹ ਮੇਰਾ ਹੈ। ਔਰ ਫਿਰ ਇਹਦੀ ਸੁਰਤ ਮੇਰੇ ਵਿੱਚ ਇਤਨੀ ਪੱਕੀ ਹੋ ਜਾਂਦੀ ਹੈ ਕਿ ਇਸ ਨੂੰ ਤੂੰ ਪਿਆਰਾ ਨਹੀਂ ਲੱਗਦਾ। ਜੋ ਮੇਰੇ ਨਾਲ ਜੁੜਿਆ ਹੋਇਆ ਉਹ ਮੈਨੂੰ ਪਿਆਰਾ ਲੱਗਦਾ ਹੈ, ਜੋ ਤੇਰਾ ਹੈ ਉਸ ਦੇ ਨਾਲ ਮੇਰਾ ਵਿਵਾਦ ਹੈ, ਝਗੜਾ ਹੈ।
ਮੇਰੇ ਦੇ ਨਾਲ ਨਿਰੰਕਾਰ ਤੋਂ ਦੂਰੀ ਵੱਧਦੀ ਹੈ ਅਤੇ ਤੇਰੇ ਦੇ ਨਾਲ ਨਿਰੰਕਾਰ ਦੀ ਨੇੜਤਾ ਪ੍ਰਾਪਤ ਹੁੰਦੀ ਹੈ, ਪਰ ਪੂਰੀ ਜ਼ਿੰਦਗੀ ਮੇਰਾ ਮੇਰਾ ਕਰਦਾ ਰਹਿੰਦਾ। ਇਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇੱਦਾਂ ਕਿਹਾ ਮਨੁੱਖੀ ਜੀਵਨ ਨੂੰ ਕਿ ਪਹਿਲੇ ਪਿਆਰ ਲਗਾ ਤਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਉਪਰਨੀ ਖੇਡ। ਇਹ ਪਿਆਰ ਹੈ, ਕਿਉਂਕਿ ਜਿਵੇਂ ਜਿਵੇਂ ਸਟੇਜਾਂ ਲੰਘ ਰਹੀਆਂ ਜੀਵਨ ਦੀਆਂ, ਇਹ ਮੇਰੀ ਸੁਰਤ ਨੂੰ ਪੱਕੀ ਕਰ ਰਿਹਾ ਹੈ। ਪਹਿਲਾਂ ਦੁੱਧ ਦੇ ਉੱਤੇ ਮੇਰਾ ਹੈ, ਫਿਰ ਮਾਤਾ ਪਿਤਾ ਮੇਰੇ ਨੇ, ਭੈਣ ਭਰਾ ਮੇਰੇ ਨੇ, ਫਿਰ ਜੋ ਖੇਡਾਂ ਮੇਰੀਆਂ ਨੇ, ਖਿਡੌਣਾਂ ਦੀ ਖੇਡਾਂ ਵਿੱਚ ਜਾਂ ਹੋਰ ਖੇਡਾਂ ਵਿੱਚ ਮਸਤ ਹੋ ਜਾਂਦਾ ਹੈ। ਪੰਜਵੇਂ ਖਾਣ ਪੀਣ ਕੀ ਤਾਤ, ਫਿਰ ਖਾਣ ਪੀਣ ਦੀ ਤਾਤ ਲੱਗ ਜਾਂਦੀ ਹੈ। ਛੇਵੇਂ ਕਾਮ ਨਾ ਪੁੱਛੇ ਜਾਤ, ਛੇਵੀਂ ਸਟੇਜ ਆ ਜਾਂਦੀ ਹੈ, ਕਾਮ ਵਾਸਨਾ ਜੀਵਨ ਵਿੱਚ ਆ ਜਾਂਦੀ ਹੈ। ਸੱਤਵੇਂ ਸੰਚ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਤੋਲੇ ਉਬੇ ਸਾ, ਦਸਵੇਂ ਦੱਦਾ ਹੋਆ ਸਵਾ। ਇਹ ਜੀਵਨ ਦੀ ਇੱਕ ਸਟੋਰੀ ਹੈ, ਔਰ ਇਸ ਦੇ ਵਿੱਚ ਸਾਨੂੰ ਜੋ ਸਮਾਂ ਮਿਲਿਆ ਅਸੀਂ ਇਸ ਤਰ੍ਹਾਂ ਨੂੰ ਗਵਾਉਂਦੇ ਹਾਂ। ਇਸ ਕਰਕੇ ਇੱਥੇ ਕਹਿ ਰਹੇ ਨੇ ਕਬੀਰ ਸਾਹਿਬ, ਕਹਿਣ ਲੱਗੇ ਮੇਰੀ ਮੇਰੀ ਕਰਤੇ ਜਨਮ ਗਇਓ। ਕਹਿੰਦੇ ਨੇ ਮਮਤਾ ਵਿੱਚ ਪਏ ਹੋਏ ਇਸ ਮਨੁੱਖ ਦੀ ਕਹਿੰਦੇ ਉਮਰ ਬਤੀਤ ਹੋ ਗਈ। ਇਹ ਗੱਲ ਯਾਦ ਰੱਖਣਾ, ਜੇ ਨਹੀਂ ਵੀ ਜਾਗਾਂਗੇ ਧਰਮ ਦੇ ਪ੍ਰਤੀ, ਨਿਰੰਕਾਰ ਦੇ ਪਰਮਾਤਮਾ ਦੇ ਪ੍ਰਤੀ, ਤਾਂ ਵੀ ਇਹ ਉਮਰ ਲੰਘ ਜਾਣੀ ਹੈ। ਸਮਾਂ ਜਿਤਨਾ ਮਿਲਿਆ ਉਹ ਇੱਕ ਦਿਨ ਮੁੱਕ ਜਾਣਾ ਹੈ। ਪਰ ਕਬੀਰ ਸਾਹਿਬ ਕਹਿੰਦੇ ਪੂਰੀ ਜ਼ਿੰਦਗੀ ਜਿਹੜੀ ਮਿਲੀ ਸੀ, ਜਾਂ ਜਿਹੜਾ ਸਹੀ ਸਮਾਂ ਸੀ ਜਮਾਨੀ ਦਾ, ਸਮਝਣ ਦਾ, ਵਿਚਾਰਨ ਦਾ, ਜਿੱਥੇ ਕਿ ਹੋਸ਼ ਵੀ ਸੀ, ਜਿੱਥੇ ਜੋਸ਼ ਵੀ ਸੀ, ਪਰ ਇਸਨੇ ਹੋਸ਼ ਕੀਤੀ ਨਹੀਂ। ਹੋਸ਼ ਕਰ ਸਕਦਾ ਸੀ, ਕਿਉਂਕਿ ਤਾਕਤ ਦੇ ਵਿੱਚ ਬੰਦਾ ਸਾਵਧਾਨ ਹੋ ਸਕਦਾ ਹੈ, ਪਰ ਤਾਕਤ ਮਨੁੱਖ ਨੂੰ ਸਾਵਧਾਨ ਨਹੀਂ ਹੋਣ ਦਿੰਦੀ। ਜੋਸ਼ ਤਾਂ ਹੁੰਦਾ ਹੈ, ਪਰ ਆਪਣਾ ਹੋਸ਼ ਗਵਾ ਪੈਂਦਾ। ਇਸ ਕਰਕੇ ਇਸ ਮਾਇਆ ਦੀ ਮਮਤਾ ਵਿੱਚ ਲੱਗਿਆ ਹੋਇਆ ਉਸ ਸਹੀ ਸਮੇਂ ਨੂੰ ਗਵਾ ਦਿੰਦਾ ਹੈ। ਜਿਹੜਾ ਸਹੀ ਸਮਾਂ ਹੈ ਜੀਵਨ ਨੂੰ ਸਵਾਰਨ ਦਾ, ਸ਼ਿੰਗਾਰਨ ਦਾ, ਸਮਝਣ ਦਾ, ਕਬੀਰ ਸਾਹਿਬ ਕਹਿੰਦੇ ਉਸ ਸਮੇਂ ਦੇ ਵਿੱਚ ਇਹ ਮਮਤਾ ਵਿੱਚ ਲੱਗਿਆ ਰਿਹਾ ਅਤੇ ਆਪਣੀ ਉਮਰ ਨੂੰ ਇਸਨੇ ਬਤੀਤ ਕਰ ਲਿਆ। ਫਿਰ ਇੱਕ ਸਟੇਜ ਆ ਗਈ, ਸਾਇਰ ਸੋਖ ਭੁਜੰਗ ਬਲਿਓ। ਸਾਇਰ ਦਾ ਅਰਥ ਹੈ ਸਮੁੰਦਰ, ਸੋਖ ਦਾ ਅਰਥ ਹੈ ਸੁੱਕ ਗਿਆ। ਕਹਿੰਦੇ ਇਹ ਸਰੀਰ ਰੂਪੀ ਜਿਹੜਾ ਸਮੁੰਦਰ ਸੀ, ਜਿਹੜਾ ਕਦੇ ਜਮਾਨੇ ਵਿੱਚ ਛਾਲੇ ਮਾਰ ਰਿਹਾ ਸੀ, ਉਛਾਲੇ ਮਾਰ ਰਿਹਾ ਸੀ, ਕਹਿੰਦੇ ਇਹ ਸਰੀਰ ਰੂਪੀ ਸਮੁੰਦਰ ਸੁੱਕ ਗਿਆ। ਭੁਜੰਗ ਬਲਿਓ, ਭੁਜੰਗ ਦਾ ਅਰਥ ਹੈ ਭੁਜਾਵਾਂ। ਜਿਹੜਾ ਭੁਜਾਵਾਂ ਦਾ ਬਲ ਸੀ, ਬਾਹਾਂ ਦਾ ਬਲ ਸੀ, ਇਹ ਬਲ, ਇਹ ਤਾਕਤ, ਇਹ ਵੀ ਮੁੱਕ ਗਈ। ਸਰੀਰ ਰੂਪੀ ਸਮੁੰਦਰ ਸੁੱਕ ਗਿਆ। ਇੱਕ ਸਟੇਜ ਆਈ ਕਿ ਜਦੋਂ ਬਾਹਾਂ ਦਾ ਜਿਹੜਾ ਬਲ ਸੀ, ਤਾਕਤ ਸੀ, ਉਹ ਵੀ ਖਤਮ ਹੋ ਗਈ। ਔਰ ਇਸ ਨੇ ਆਪਣੀ ਪੂਰੀ ਜ਼ਿੰਦਗੀ ਨੂੰ ਜਨਮ ਤੋਂ ਲੈ ਕੇ ਜਦੋਂ ਤੱਕ ਇਸ ਦਾ ਸਰੀਰ ਰੂਪੀ ਸਮੁੰਦਰ ਸੁੱਕਿਆ ਨਹੀਂ, ਭੁਜਾਵਾਂ ਦਾ ਬਲ ਮੁੱਕਿਆ ਨਹੀਂ, ਮੇਰੀ ਮੇਰੀ ਕਰਦਿਆਂ ਉਮਰ ਬਤੀਤ ਕਰ ਲਈ। ਇਹ ਗੱਲ ਸਮਝਾਉਣਾ ਚਾਹੁੰਦੇ, ਕਨਸੈਪਟ ਇਹ ਹੈ ਕਬੀਰ ਸਾਹਿਬ ਜੀ ਦਾ। ਉਸ ਦੇ ਆਧਾਰ 'ਤੇ ਹੀ ਕਹਿ ਰਹੇ ਨੇ ਪਹਿਲੇ ਪਦੇ ਵਿੱਚ, ਆਖਣ ਲੱਗੇ 12 ਬਰਸ ਬਾਲਪਨ ਬੀਤੇ। ਕਹਿੰਦੇ ਉਮਰ ਦੇ ਪਹਿਲਾਂ ਜਿਹੜੇ ਪਹਿਲੇ 12 ਸਾਲ ਸਨ ਉਹ ਅਣਜਾਣਪੁਣੇ ਵਿੱਚ ਲੰਘ ਗਏ। ਕਿਉਂ ਲੰਘੇ ਜਾਂ ਕਿਉਂ ਲੰਘਦੇ ਨੇ, ਇਹ ਬੜਾ ਵਿਚਾਰਨ ਵਾਲਾ ਸਬਜੈਕਟ ਹੈ। ਕਿਉਂਕਿ ਜਦੋਂ ਅਸੀਂ ਗੁਰਸਿੱਖੀ ਵਿੱਚ ਵੇਖਦੇ ਹਾਂ, ਬੇਅੰਤ ਗੁਰਸਿੱਖ ਨੇ ਜਿਨ੍ਹਾਂ ਨੇ ਬਾਲ ਅਵਸਥਾ ਵਿੱਚ
उस रूहानीयत नूं माणिया। गुरु साहिबान गुरु हरकृष्ण साहिब जी 5.25 साल की उम्र दे विच गुरु नानक पातशाह की गद्दी ते बैठे, पर 12 साल जे एक बच्चे दे अनजानपने विच लंघ गए। उसदे पिछे कारण भी ये रहा कि जदों किसी ने समझाने का यतन किया, इस बच्चे नूं इस पासे लाओ, बाणी पढ़न वाले पासे लाओ, इसनूं समझाया करो, तो माँ ने कह दिता, प्यो ने कह दिता, जे बच्चा है पूरी जिंदगी समझना ही है, तुसीं हुणे ही भार पा दिओ इस दे उत्ते धर्म दा। अजे तक खेडण की उम्र है, तो एक खेड जिहड़ा असल विच जिहड़ी खेडण की उम्र कहते हाँ, और जिन्हां खिडौणियां नाल खेडदा वो नकली ने, तो उस नकली जिंदगी विच ये 12 साल जिउंदा है। ये अनजानपुणे दे विच, क्योंकि जानकारी तां हुंदी जे कोई इसनूं जानकारी दिंदा, जानकारी किसी ने दित्ती नहीं। जदों किसी ने जानकारी देने का यतन किया तो आले दुआले रिश्तेदार बड़े घर विच बैठे सन, बच्चा है इनू खेडन दिओ, पाठ करना तुसीं आपे कर लो, इसका की काम है, पाठ ही करने ने इसने बड़े होके, बाणी पढ़नी है इसने, सेवा ही करनी है, तुसीं आप कर लो। अक्सर ये घरां दे विच जवाब मिलता है जदों कोई समझाउण का यतन करता है। वो भागां वाले घर ने जिन्हां दे घर दे विच बचपन दे अंदर बच्चे नूं गुरु नानक दे घर दी गुरु शब्द की गुड़ती दिती जाती है। गुरमत का यह गूढ़ ज्ञान बख्शिया जाता है। पर तकरीबन जिहड़ी गल है जो कबीर साहब कहना चाहते हैं कि उम्र दे पहला 12 साल अनजानपुणे विच बतीत हो गए, 12 वर्ष बालपन बीते, फिर कहन लगे 20 वर्ष कछ तप न कियो, तो होर 20 वरे लंघ गए तो इसने कोई तप नहीं किया। तप का अर्थ की है? गुरमत ये गल भी समझण वाली है कि गुरमत का तप धूना तपाना नहीं है, गुरमत का तप पुट्ठा लटकना नहीं है, गुरमत का तप भुखे नहीं रहना, व्रत रखण वाला नहीं है, गुरमत का तप जल समाधि करना नहीं है। गुरमत का तप जे गुरु साहब नूं पुछोगे तो मर कहते ने, कहते गुरु की जिहड़ी सेवा है वो तपां तो भी बड़ा तप है। गुर सेवा तपा सिर तप सार, गुरु की जिहड़ी सेवा करनी है वो तपां तो भी बड़ा तप है। पर 20 साल की उम्र आंदे आंदे कहते गुरु साहब जी की सेवा भी नहीं की। इसनूं गुरु तेग बहादुर महाराज ने इस तरह लिखिया, ना हर भजियो ना गुर जन सेवियो, नह उपजियो कछ ज्ञाना, घट ही माहि निरंजन तेरै तैं खोजत उदयाना। एक किता नहीं, असल विच गुरमत का तप है गुरु की सेवा करनी, अमृत वेले उठ के बाणी पढ़नी। ये कोई छोटा मोटा तप नहीं है गुरसिखो कि कुछ समा उस रूहानी जीवन वास्ते कढ़ना जिस वाहिगुरु परमेश्वर ने सानू जीवन दिता है उसकी याद विच लगाना। पर इसने कहते 20 साल लंघ गए जीवन दे। भगत कबीर साहब कहते ने कोई तप नहीं किया, भाव गुरु की सेवा नहीं की, कोई ऐसा उद्यम नहीं किया, क्योंकि इस उम्र दे विच 12 साल तो लैके 20 साल तक की उम्र दे विच अपने आप नूं टिकाना बड़ा औखा है। क्योंकि मन की चंचलता वधी है, चलाकियां वधियां ने, जीवन दे विचों डामाडोल वृत्ति पैदा होंदी है, जमानी उछाले मार रही होंदी है, तो बड़ा मुश्किल है गुरु की सेवा करनी। पर एक मैं गल कह देवां, जे किते कताई कोई
इस उम्र दे विच सानू सेवा करदा नज़र आउंदा है, दिखाई दिंदा है। तो कई बारी धार्मिक अस्थानां ते कीती जाण वाली सेवा, एक मैं बड़ी ਜ਼ਿੰਮੇਵਾਰੀ ਨਾਲ बोल ਰਿਹਾ ਹਾਂ कि बहुते बच्चों का ध्यान सेवा पिछे भी किसी होर पासे ਹੁੰਦਾ है। ਉਹਨਾਂ ਦਾ ਆਪਣੇ ਜੀਵਨ ਨੂੰ ਘੜਨ ਵਿੱਚ, ਜੀਵਨ ਨੂੰ ਸਵਾਰਨ ਵਿੱਚ, ਗੁਰੂ ਦੀ ਕਹੀ ਹੋਈ ਗੱਲ ਨੂੰ ਕਮਾਉਣ ਦੇ ਵਿੱਚ ਨਹੀਂ ਹੁੰਦਾ। 12 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਉਮਰ ਤੱਕ। ਔਰ ਮੈਂ ਇਸ ਕਰਕੇ ਕਹਿ ਰਿਹਾ ਇੱਕ ਵਾਰੀ, ਅੱਜ ਕੱਲ੍ਹ ਦੇ ਦਿਨ ਸਨ, ਗੁਰੂ ਕੀ ਲਾਹੌਰ ਅਨੰਦਪੁਰ ਸਾਹਿਬ ਤੋਂ ਅੱਗੇ ਹੈ। ਅੱਜ ਕੱਲ੍ਹ ਦੇ ਦਿਨਾਂ ਵਿੱਚ ਉੱਥੇ 3 ਦਿਨ ਦੇ ਗੁਰਮਤਿ ਸਮਾਗਮ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਕਾਰਜ ਦੇ ਸਮਾਗਮ ਹੁੰਦੇ ਹਨ, ਕਿਉਂਕਿ ਗੁਰੂ ਕੀ ਲਾਹੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਗਰ ਵਸਾਇਆ ਸੀ ਅਤੇ ਅਨੰਦਪੁਰ ਸਾਹਿਬ ਤੋਂ ਉਹ ਬਰਾਤ ਜਾਂਦੀ ਹੈ ਅਤੇ ਗੁਰੂ ਕੀ ਲਾਹੌਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਵਿਆਹ ਕਾਰਜ ਹੋਇਆ ਸੀ। ਕਿਉਂਕਿ ਗੁਰੂ ਸਾਹਿਬ ਜੀ ਇਸ ਵੇਲੇ ਲਾਹੌਰ ਨਹੀਂ ਜਾ ਸਕਦੇ ਸਨ, ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਅਸੀਂ ਬਰਾਤ ਲਾਹੌਰ ਹੀ ਲੈ ਕੇ ਆਵਾਂਗੇ, ਪਰ ਗੁਰੂ ਕੀ ਲਾਹੌਰ ਲੈ ਕੇ ਆਵਾਂਗੇ। ਉੱਥੇ ਲਾਹੌਰ ਵਸਾ ਕੇ ਉੱਥੇ ਗੁਰੂ ਸਾਹਿਬ ਜੀ ਵਿਆਹ ਵਾਸਤੇ ਗਏ ਸਨ। ਉੱਥੇ 3 ਦਿਨ ਦੇ ਗੁਰਮਤਿ ਸਮਾਗਮ ਹੁੰਦੇ ਹਨ। ਉੱਥੇ ਬਹੁਤ ਸਾਰੇ ਨੌਜਵਾਨ ਮੇਰੇ ਨਾਲ ਲੰਗਰ ਦੇ ਵਿੱਚ ਸੇਵਾ ਕਰਨ ਵਾਸਤੇ ਗਏ। ਅਸੀਂ ਜੱਥਾ ਲੈ ਕੇ ਉੱਥੇ ਪਹੁੰਚੇ। 3 ਦਿਨ ਦੇ ਸਮਾਗਮਾਂ ਦੇ ਵਿੱਚ ਲੰਗਰ ਦੀ ਸੇਵਾ ਕਰਨੀ ਸੀ। ਇੱਕ 17-18 ਸਾਲਾਂ ਦਾ ਬੱਚਾ ਸੀ ਸਾਡੇ ਨਾਲ, ਅਤੇ ਇਹ ਕਈ ਸਾਲ ਪੁਰਾਣੀ ਗੱਲ ਹੋ ਗਈ, ਅਤੇ ਉਸਦਾ ਹੱਥ ਵੱਢ ਹੋ ਗਿਆ। ਉਹ ਮਸ਼ੀਨ ਚਲਾ ਰਿਹਾ ਸੀ ਅਤੇ ਆਲੂ ਜਿਹੜੇ ਸੀ ਉਹ ਘੋਲੇ ਜਾ ਰਹੇ ਸਨ, ਕੁਛ ਬਣਾਉਣਾ ਸੀ, ਅਤੇ ਉਹਦਾ ਹੱਥ ਵੱਢ ਹੋ ਗਿਆ। ਅਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਹੱਥ ਵੱਢ ਕਿਉਂ ਹੋਇਆ, ਤੂੰ ਸੱਚੀ ਦੱਸੀ। ਉਹ ਕਹਿੰਦਾ ਗਿਆਨੀ ਜੀ ਤੁਹਾਤੋਂ ਕੀ ਲੁਕਾਉਣਾ ਹੈ, ਸੱਚ ਇਹ ਹੈ ਕਿ ਮੈਂ ਸੇਵਾ ਜ਼ਰੂਰ ਕਰਿਆ ਸੀ, ਪਰ ਮੇਰੀ ਬਿਰਤੀ ਕਿਤੇ ਹੋਰ ਪਾਸੇ ਲੱਗੀ ਹੋਈ ਸੀ। ਲੋਕਾਂ ਦੀ ਨਜ਼ਰ ਵਿੱਚ ਮੈਂ ਸੇਵਾ 'ਚ ਹਾਜ਼ਰ ਹਾਂ, ਸੇਵਾ ਕਰ ਰਿਹਾ, ਪਰ ਸੇਵਾ ਕਰਦਾ ਕਰਦਾ ਵੀ ਮੈਂ ਹੋਰ ਪਾਸੇ ਸੁਰਤ ਜੋੜੀ ਬੈਠਾ ਸੀ, ਇਸ ਕਰਕੇ ਮੇਰਾ ਹੱਥ ਵੱਢ ਹੋ ਗਿਆ। ਮੈਂ ਬੇਧਿਆਨਾ ਸੀ। ਗੱਲ ਸਮਝ ਗਏ ਹੋ ਕਿ ਮੈਂ ਕੀ ਕਹਿਣਾ ਚਾਹ ਰਿਹਾ। ਇਹ ਜਿਹੜੀ ਉਮਰ ਹੈ ਨਾ, ਇਹ ਅਸਲ ਵਿੱਚ ਜੀਵਨ ਨੂੰ ਘੜਨ ਦੀ ਉਮਰ ਹੈ, ਤਪ ਸਾਧਨ ਦੀ ਉਮਰ ਹੈ, ਸਹੀ ਰਸਤਾ ਚੁਣਨ ਦੀ ਉਮਰ ਹੈ। ਇਸ ਕਰਕੇ ਇਸ ਉਮਰ ਨੂੰ ਕਹਿ ਰਹੇ ਨੇ ਕਬੀਰ ਸਾਹਿਬ ਕਿ 20 ਬਰਸ ਕਛ ਤਪ ਨਾ ਕੀਓ। ਇਹ ਤਪ ਤੋਂ ਬਿਨਾਂ ਪਾਓ ਕਿ ਗੁਰੂ ਦੀ ਸੇਵਾ ਕਰਕੇ, ਕੜੀ ਮਿਹਨਤ ਕਰਕੇ ਇਹ ਚੰਚਲ ਮਨ ਟਿਕਦਾ ਨਹੀਂ ਹੈ। ਚੰਚਲਤਾ ਉਛਾਲੇ ਮਾਰਦੀ ਹੈ, ਵਿਕਾਰ ਜਿਹੜੇ ਨੇ ਅੱਗੇ ਆ ਜਾਂਦੇ ਨੇ, ਵਾਸਨਾਵਾਂ ਮਨੁੱਖ ਦੇ ਕੋਲ ਸਾਮੀਆਂ ਨਹੀਂ ਜਾਣੀਆਂ ਇਸ ਉਮਰ ਦੇ ਵਿੱਚ। ਇਸ ਕਰਕੇ ਕਹਿ ਰਹੇ ਨੇ ਵੀ ਇਸ ਉਮਰ ਵਿੱਚ ਤਪ ਕਰਨਾ ਸੀ, ਆਪਣੇ ਜੀਵਨ ਨੂੰ ਇੱਕ ਕੰਟਰੋਲ ਵਿੱਚ ਕਰਨਾ ਸੀ, ਇਹੀ ਸਭ ਤੋਂ ਵੱਡਾ ਤਪ ਹੈ। ਗੁਰਸਿੱਖੀ ਵਿੱਚ ਇਹ ਨਹੀਂ ਵੀ ਤੁਸੀਂ ਪੁੱਠੇ ਲਟਕ ਕੇ ਕੰਟਰੋਲ ਕਰਨਾ ਜਾਂ ਜਲ ਸਮਾਧੀਆਂ ਲਾ ਕੇ ਕੰਟਰੋਲ ਕਰਨਾ। ਇਸ ਉਮਰ ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜ ਕੇ, ਗੁਰਬਾਣੀ ਨਾਲ ਜੋੜ ਕੇ ਆਪਣੇ ਜੀਵਨ ਨੂੰ ਕੰਟਰੋਲ 'ਚ ਕਰਨਾ, ਆਪਣੀਆਂ ਵਾਸਨਾਵਾਂ ਨੂੰ ਕਾਬੂ ਵਿੱਚ ਕਰਨਾ ਹੈ। ਇਸ ਕਰਕੇ ਕਹਿ ਰਹੇ ਨੇ ਕਿ 20 ਸਾਲ ਜ਼ਿੰਦਗੀ ਦੇ ਹੋਰ ਲੰਘ ਗਏ, 20 ਸਾਲ ਤੱਕ ਦਾ ਹੋ ਗਿਆ, ਪਰ ਤੂੰ ਕੋਈ ਤਪ ਸਾਧਨ ਵੀ ਨਹੀਂ ਕੀਤਾ। ਫਿਰ ਕਹਿਣ ਲੱਗੇ, ਕਹਿੰਦੇ ਹੱਦ ਹੋ ਗਈ। ਕਹਿੰਦੇ 30 ਬਰਸ ਕਛ ਦੇਵ ਨਾ ਪੂਜਾ। ਕਹਿੰਦੇ 30 ਸਾਲਾਂ ਤੋਂ ਟੱਪ ਗਿਆ, ਪਰ ਕਹਿੰਦੇ ਨੇ ਤੂੰ ਦੇਵ ਦਾ ਅਰਥ ਹੈ ਦੇਵਤਾ, ਦੇਵ ਦਾ ਅਰਥ ਹੈ ਇੱਥੇ ਗੁਰੂ। ਗੁਰੂ ਨੂੰ ਪੂਜਿਆ ਵੀ ਨਹੀਂ ਹੈ। ਹੁਣ ਪੂਜਾ ਵੀ ਸਮਝਣ ਵਾਲੀ ਹੈ, ਕਿਉਂਕਿ ਅਸੀਂ ਤਾਂ ਸਮਝਦੇ ਵੀ ਸ਼ਾਇਦ ਜਿਹੜੀ ਪੂਜਾ ਹੈਗੀ ਹੈ ਉਹ ਥਾਲ ਸਜਾ ਕੇ, ਦੀਵੇ ਬਾਲ ਕੇ, ਇਸ ਤਰ੍ਹਾਂ ਜੋ ਕਰੀਏ ਤਾਂ ਪੂਜਾ ਹੁੰਦੀ ਹੈ, ਜਾਂ ਕਿਤੇ ਹੱਥ ਜੋੜ ਕੇ ਬੈਠ ਜਾਈਏ ਤਾਂ ਪੂਜਾ ਹੁੰਦੀ ਹੈ। ਅਸਲ ਵਿੱਚ ਗੁਰਮਤਿ ਵਿੱਚ ਪੂਜਾ ਹੈ ਤੇਰਾ ਨਾਮ ਕਰੀ ਚਰਨਾਠੀਆਂ ਤਾ ਮਨ ਉਰਸਾ ਹੋਏ, ਕਰਨੀ ਕੁੰਗੂ ਤਾਂ ਰਲੈ ਕੱਢ ਅੰਤਰ ਪੂਜਾ ਹੋਏ। ਪੂਜਾ ਕੀਜੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਪੂਜਾ ਨਹੀਂ। ਤੇ ਦੇਵਤਾ ਕੌਣ ਹੈ? ਗੁਰੂ ਹੈ, ਜਿਹਦੇ ਕੋਲ ਦੈਵਿਕ ਗੁਣ ਨੇ।
देवता किहनूं कहंदे ने? जिहदे कोल दैविक गुण ने, रूहानी गुण ने। भगत कबीर साहब जी आखन लगे, कहंदे जिंदगी दे 30 साल टप गया पर इस ने भजन बंदगी नहीं की, देव ना पूजा, गुरु की पूजा पाओ कि गुरु ने जो जीवन जाच दसी सी वो जीवन जाच अपनाई नहीं। और यही अज समाज का एक कारण है गुस्ताखी माफ़ करना कि जे घरां विच तलाकां तक नौबत है, लड़ाई झगड़े ने, उसका कारण भी यह है कि असी भजन बंदगी तो वांझे हाँ। गुरु कोलों जीवन जाच सिखी नहीं है। साडा मन इस उम्र विच आके भी एक थां ते टिकिया नहीं है। इस गल नूं जीवन च वसाया ही नहीं है कि पर बेटी को बेटी जाने, पर स्त्री को मात बखाने, आपन स्त्री सूरत होई, रहतवान गुरु का सिंह है सोई। इस करके अज समाज विच ये बीमारियां साडे सामने आ रही हैं और घर दे घर टुट रहे हैं। कहते 30 साल का हो गया, भगत कबीर साहब कहते ने तू भजन बंदगी नहीं की, उस परमात्मा के चरणों नाल नहीं जुड़िया, गुरु के दसे हुए कर्म नूं अपने जीवन का आधार नहीं बनाया। गुरु की पूजा यही है। गुरु नहीं कहता कि मेरी मूर्ति पूजो, गुरु कभी खुश नहीं होंदा कि मेरी वाह वाह करो। गुरु कहता है जो मैं आख्या उसनूं कमाओ, मैं इस करके तां खुश होना है, मेरे आखे नूं कमा लओगे तो मैनूं प्रसन्नता हुंदी है। क्योंकि इत्थे आउंदे तां सारे ने गुरु साहब के चरणों में। महाराज कहते सेवक सिख पूजन सब आमै सब गामै, हर हर उत्तम बाणी गाविया सुनिया, तिनका हर थाएं पावै, जिन सतगुर की आग्या सत सत कर मानी। ये चीज़ समझण वाली है जीवन च। यह है भजन बंदगी। गुरु महाराज की आग्या नूं सत करके जिहड़ा मन्नेगा वो गुरु साहब नूं चंगा लगेगा। क्योंकि रहनी रह सोई सिख मेरा, ओ साहिब मैं उसका चेरा, रहत प्यारी मुझको सिख प्यारा नाए। महाराज कहने मैनूं दिख प्यारी नहीं है, वे तू सिख दिखाई देना, मैनूं तेरी रहत प्यारी लगती है, तेरी रहनी प्यारी लगती है। जो तू एक रहनी च रहिंदा है ना, एक रहत विच रहिंदा है, वो रहत तो मैं कुरबान जाना है। गुरु गोबिंद सिंह महाराज जो किसी सिख तो कुरबान जाते सन, उन्हां तो जाते सन जिहड़े कि रहतवान सन। और कुरहैतियां तो गुरु साहब कहते हैं सिखो इन्हां तो तुसीं भी दूर रहो, तो कुरहैतीए सिंह मैनूं भी परवान नहीं। बड़ी गल्लां समझण वालियां इतिहास विचों भी कुछ पक्ष ऐसे ने जिहड़े समझण वाले हैं। क्योंकि ये जिहड़ा जीवन घड़न का समा है, क्योंकि 20 तो लैके 30 साल तक लगभग ये उम्र सी कि जदों बच्चों के ब्याह हो जाते सन, भावें लड़की होवे भावें लड़का होवे, गृहस्थी जीवन की जिम्मेवारियां आ जांदियां सन। और जिम्मेवारियां दे नाल नाल जीवन कढ़न वास्ते उसनूं भजन बंदगी की लोड़ सी। पर ये सोचता रहा भी अजे किहड़ा समा होया, हुण तां गृहस्थ जीवन दे विच प्रवेश कीता है, हुण घर दीयां जिम्मेवारियां ने, धन पदार्थ इकट्ठे ने, मकान बनाने ने, होर कारोबार करने हैं। बंदा ये सोचता रह जाता भी ये काम जिहड़ा भजन बंदगी वाला बुढ़ेपे का काम है, ये बात का काम है, हुण दा थोड़ी है। फिर कबीर साहब कहते फिर की होया, कहते 30 बरस कछ देव न पूजा, फिर पछताना बिरद पिया। फिर पछतावा, हुण हत्थ मलन लगा क्योंकि बुढ़ा हो गया। हुण पछतावा कि पहला ना सेवा की, ना बाणी पढ़ी, ना बाणी नूं समझिया, बस टब्बर दे विच ही लग्या रहा। और जे अपनी जिंदगी नूं नहीं समझिया तो गुस्ताखी माफ़ करना, अपने बच्चों नूं भी असीं नहीं समझा सकते। असीं सोचते हाँ कि अपने बच्चों नूं बहुता धन दे दईए, पदार्थ दे दईए,
नहीं सोचते कि अपने बच्चों ਨੂੰ ਸੋਹਣੀ ਸਿੱਖਿਆ ਦੇ ਦਈਏ, ਜੀਵਨ ਜਾਚ ਦੇ ਦਈਏ। ਔਰ ਇਸ ਕਰਕੇ ਅੱਜ ਹੋਰ ਇੱਕ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਰੇ ਜਦੋਂ ਮਨੁੱਖ ਬਿਰਧ ਹੋ ਜਾਂਦੇ ਹਨ, ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਹੀ ਜਾਣਾ ਪੈਂਦਾ ਹੈ, ਕਿਉਂਕਿ ਬੱਚਿਆਂ ਨੂੰ ਇਹ ਸਿਖਾਇਆ ਹੀ ਨਹੀਂ ਕਿ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਹੈ, ਉਹਨਾਂ ਨਾਲ ਕਿਵੇਂ ਵਰਤਣਾ ਹੈ। ਕਿਉਂਕਿ ਕਦੀ ਉਹਨਾਂ ਨੂੰ ਐਸੀ ਸਿੱਖਿਆ ਦਿੱਤੀ ਨਹੀਂ ਵੀ ਵੱਡਿਆਂ ਦਾ ਸਤਿਕਾਰ, ਜੀਵਨ ਜਾਚ ਕੀ ਹੈ। ਫਿਰ ਬੰਦੇ ਨੂੰ ਜਦੋਂ ਬਿਰਧ ਹੋ ਜਾਂਦਾ ਨਾ, ਫਿਰ ਪਛਤਾਵਾ ਹੁੰਦਾ ਵੀ ਧਨ ਤਾਂ ਬੜਾ ਕਮਾ ਕੇ ਦਿੱਤਾ, ਪਰ ਮੈਂ ਆਪਣੇ ਬੱਚਿਆਂ ਨੂੰ ਧਰਮ ਨਹੀਂ ਦੇ ਸਕਿਆ। ਬੜਾ ਧਨ ਦਿੱਤਾ ਮੈਂ ਆਪਣੇ ਬੱਚਿਆਂ ਨੂੰ, ਪਰ ਮੈਂ ਆਪਣੇ ਬੱਚਿਆਂ ਨੂੰ ਸੋਹਣਾ ਜੀਵਨ ਕਿਰਦਾਰ ਨਹੀਂ ਦੇ ਸਕਿਆ। ਮੈਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਧਰਮ ਦੀਆਂ ਦੋ ਗੱਲਾਂ ਬਾਤਾਂ ਨਹੀਂ ਕਰ ਸਕਿਆ। ਵੈਸੇ ਇਹ ਗੱਲ ਸੱਚ ਹੈ, ਮੈਂ ਕਿਉਂਕਿ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਦਾ ਹੈ, ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ, ਅਤੇ ਉਹ ਇਹ ਗੱਲ ਨੂੰ ਅਹਿਸਾਸ ਕਰਕੇ ਕਹਿੰਦੇ ਹੈ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਰਮਤਿ ਨਹੀਂ ਦਿੱਤੀ ਹੁੰਦੀ, ਉਹ ਕਹਿੰਦੇ ਵੀ ਇੱਕ ਇੱਕ ਦਿਨ ਘਰ ਵਿੱਚ ਕੱਟਣਾ ਔਖਾ ਹੈ। ਔਰ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੋ ਅਸੀਂ ਬੀਜਿਆ ਸੀ ਉਸਦਾ ਹੱਲ ਅਸੀਂ ਭੋਗ ਰਹੇ ਹਾਂ। ਔਰ ਫਿਰ ਬੰਦੇ ਨੂੰ ਪਛਤਾਵਾ ਹੁੰਦਾ ਵੀ ਧਨ ਘੱਟ ਕਮਾ ਲੈਂਦਾ, ਥੋੜ੍ਹਾ ਸਮਾਂ ਮੈਂ ਆਪਣੇ ਬੱਚਿਆਂ ਨੂੰ ਸਹੀ ਜੀਵਨ ਸਿਖਾਉਣ ਵਾਸਤੇ ਦੇ ਦਿੰਦਾ, ਅਤੇ ਆਉਣ ਵਾਲੀ ਜਨਰੇਸ਼ਨ ਤਾਂ ਆਖੇਗੀ ਕਿ ਤੁਸੀਂ ਤਾਂ ਕਦੀ ਸਾਡੇ ਕੋਲ ਬੈਠੇ ਹੀ ਨਹੀਂ। ਕਿਉਂਕਿ ਅੱਜ ਅਸੀਂ ਘਰਾਂ ਵਿੱਚ ਜਾਂਦੇ ਹਾਂ ਨਾ, ਔਰ ਬੜੀ ਹੈਰਾਨੀ ਹੁੰਦੀ ਹੈ ਕਿ ਘਰ ਦੇ ਵਿੱਚ 4 ਬੰਦੇ ਬੈਠੇ ਹੁੰਦੇ ਨੇ, ਕੋਈ 5ਵਾਂ ਬੰਦਾ ਵੀ ਆ ਕੇ ਮੇਰੇ ਵਰਗਾ ਬਹਿ ਜਾਏ, ਅਤੇ ਘਰ ਦੇ 4 ਬੰਦੇ ਸਾਰੇ ਮੋਬਾਈਲਾਂ 'ਚ ਲੱਗ ਰਹੇ ਹੁੰਦੇ ਨੇ। ਕੋਈ ਧਰਮ ਦੀ ਗੱਲ ਪੁੱਛਣੀ, ਧਰਮ ਦੀ ਗੱਲ ਕਰਨੀ, ਕੋਈ ਸਿੱਖੀ ਬਾਰੇ ਗੱਲਬਾਤ ਕਰਨੀ, ਕੋਈ ਚਰਚਾ ਨਹੀਂ ਹੁੰਦੀ। ਉਤਨਾ ਸਮਾਂ ਆਪੋ ਆਪਣੇ ਮੋਬਾਈਲਾਂ ਦੇ ਵਿੱਚ ਵਟਸਐਪ 'ਤੇ ਲੱਗੇ ਰਹਿ ਕੇ ਹੀ ਸਮਾਂ ਲੰਘ ਜਾਂਦਾ। ਅਗਲਾ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਮੈਂ ਚੱਲ ਰਿਹਾ। ਔਰ ਐਸੇ ਹਾਲਾਤਾਂ, ਕਿਉਂਕਿ ਇਤਨੇ ਸਾਲ ਹੋ ਗਏ ਪ੍ਰਚਾਰ ਕਰਦੇ ਹਾਂ, ਇੱਕ ਥਾਂ ਦਾਸ ਨੂੰ ਦੁਪਹਿਰ ਨੂੰ ਸੱਦਿਆ ਵੀ ਤੁਸੀਂ ਲੰਗਰ ਛਕਣ ਆਉਣਾ ਹੈ। ਮੈਂ ਲੰਗਰ ਛਕਣ ਵਾਸਤੇ ਜੋ ਸਮਾਂ ਦਿੱਤਾ ਸੀ ਪਹੁੰਚ ਗਿਆ, ਅਤੇ ਉਹ ਘਰ ਦੇ ਕਹਿੰਦੇ ਵੀ ਅੱਧਾ ਘੰਟਾ ਬਹਿ ਜਾਓ, ਵੀ ਤੁਸੀਂ ਪ੍ਰਸਾਦਾ ਛਕਣ ਆਇਓ, ਅੱਧਾ ਘੰਟਾ ਬਹਿ ਜਾਓ। ਮੈਂ ਕੀ ਗੱਲ? ਕਹਿੰਦੇ ਸਾਡਾ ਜੀ ਨਾਟਕ ਹੈ, ਪਹਿਲਾਂ ਉਹ ਦੇਖ ਲਈਏ ਫਿਰ ਪ੍ਰਸਾਦਾ ਪਕਾਵਾਂਗੇ। ਇੱਥੇ ਤੱਕ ਸਾਡੇ ਹਾਲਾਤ ਨੇ। ਅਸੀਂ ਧਰਮ ਦੀ ਗੱਲ ਬੱਚਿਆਂ ਨੂੰ ਕੀ ਦੱਸਣੀ ਹੈ? ਧਰਮ ਦੀ ਗੱਲ ਆਪ ਨਹੀਂ ਸਿੱਖੀ ਅਤੇ ਅਸੀਂ ਕਿਹਨੂੰ ਕੀ ਸਮਝਾਵਾਂਗੇ? ਅੱਜ ਅਸੀਂ ਇਹਨਾਂ ਹਾਲਾਤਾਂ ਵਿੱਚੋਂ ਜਿਹੜੀ ਹਾਲਤ ਬਣਾ ਲਈ ਆਪਣੇ ਜੀਵਨ ਦੀ, ਸਗੋਂ ਮੈਂ ਬੇਨਤੀ ਕਰਦਾ ਹੁੰਦਾ ਵੀ ਅੱਜ ਸਮਾਂ ਜ਼ਰੂਰ ਦਿਓ, ਆਪਣੇ ਬੱਚਿਆਂ ਨਾਲ ਬੈਠੋ, ਗੱਲਾਂ ਬਾਤਾਂ ਕਰੋ। ਉਦੋਂ ਵੀ ਲੋਕ ਜਿਉਂਦੇ ਸੀ ਜਦੋਂ ਫੋਨ ਨਹੀਂ ਸੀ ਹੁੰਦੇ, ਸਗੋਂ ਵਧੀਆ ਜਿਉਂਦੇ ਸੀ। ਇਹ ਤਾਂ ਸੁਵਿਧਾਵਾਂ ਨੇ, ਅਤੇ ਕਿਸੇ ਵੀ ਸੁਵਿਧਾ ਵਿੱਚ, ਕਿਸੇ ਵੀ ਸਹੂਲਤ ਵਿੱਚ ਜ਼ਿਆਦਾ ਗਲਤਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਸਹੂਲਤ ਜਿਹੜੀ ਹਮੇਸ਼ਾ ਬੰਦੇ ਨੂੰ ਖੁਆਰ ਕਰਦੀ ਹੈ। ਜਿਤਨੀ ਸਹੂਲਤ ਵੱਧਦੀ ਹੈ ਨਾ, ਉਹ ਬੰਦੇ ਦੀ ਖੁਆਰੀ ਦਾ ਕਾਰਨ ਬਣਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਉਸ ਦ੍ਰਿਸ਼ ਨੂੰ ਸਾਡੇ ਸਾਹਮਣੇ ਰੱਖਿਆ ਵੀ ਉਮਰ ਜਿਹੜੀ ਹੈ 60 ਸਾਲ ਤੋਂ ਟੱਪ ਗਈ, ਕੋਈ ਭਜਨ ਬੰਦਗੀ ਕੀਤੀ ਨਹੀਂ, ਅਤੇ ਹੁਣ ਹੱਥ ਮਲਣ ਲੱਗ ਪਿਆ ਕਿ ਹੁਣ ਮੈਂ ਬੁੱਢਾ ਹੋ ਗਿਆ, ਬਸ ਸੋਚਾਂ ਵਿੱਚ ਹੀ ਪੈ ਰਹਿੰਦਾ, ਹੁਣ ਬੁਢੇਪਾ ਆ ਗਿਆ। ਫਿਰ ਅੱਗੇ ਕਿਰਪਾ ਕਰ ਰਹੇ ਨੇ, ਆਖਣ ਲੱਗੇ, ਕਹਿੰਦੇ ਹੁਣ ਹਾਲਤ ਐਸੀ ਹੈ, ਸੂਕੇ ਸਰਵਰ ਪਾਲ ਬੰਧਾਵੇ। ਕਹਿੰਦੇ ਨੇ ਜਿਵੇਂ ਕੋਈ ਸਰੋਵਰ ਸੁੱਕ ਜਾਏ, ਉਸ ਦੇ ਵਿੱਚ ਪਾਣੀ ਨਾ ਹੋਵੇ, ਅਤੇ ਹੁਣ ਬੰਦਾ ਕਵੇ ਕਿ ਇਸ ਦਾ ਪਾਣੀ ਕਿਤੇ ਬਾਹਰ ਨਾ ਲੰਘ ਜਾਏ, ਅਤੇ ਮੈਂ ਇਹਦੇ 'ਤੇ ਇੱਕ ਵੱਟ ਪਾ ਦਿੰਦਾ ਹਾਂ। ਵੱਟ ਪਾ ਕੇ ਸਰੋਵਰ ਦੇ ਕੰਢੇ 'ਤੇ, ਵੀ ਸਰੋਵਰ ਦਾ ਪਾਣੀ ਬਾਹਰ ਨਾ ਲੰਘ ਜਾਏ। ਹੁਣ ਸਰੋਵਰ 'ਚ ਪਾਣੀ ਰਿਹਾ ਹੀ ਨਹੀਂ, ਅਤੇ ਲੰਘੇਗਾ ਕਿੱਥੋਂ? ਹੁਣ ਤੇਰੀ ਸਾਰੀ ਉਮਰ ਲੰਘ ਗਈ, ਅਤੇ ਹੁਣ ਤੂੰ ਸੋਚਦਾ ਵੀ ਸ਼ਾਇਦ ਮੈਂ ਕੋਈ ਵੱਟ ਬੰਨ ਲਵਾਂ। ਅਤੇ ਕਬੀਰ ਸਾਹਿਬ ਕਹਿੰਦੇ ਨੇ ਹੁਣ ਵੱਟ ਜਿਹੜਾ ਬੰਨਣ ਦਾ ਕੀ ਲਾਭ ਹੈ? ਸੂਕੇ ਸਰਵਰ ਪਾਲ ਬੰਧਾਵੇ। ਸਰੋਵਰ ਸੁੱਕ ਗਿਆ ਹੁਣ,
तेरी जिंदगी लंघ गई। हुण बुढ़ेपा आउण ते भी मौत तो बचण लई बंदा बड़े आहार करदा है। बहुत सारे लोग देखो ना तुसी, बड़ी हैरानी होंदी है भी सत्संग च बैठे लोग बहुत सारे इज्ज कर रहे होंदे ने, कोई कुछ कर रहा होंदा, कोई कुछ कर रहा होंदा। ये पता लगदा भी ये मौत तो बचण दे आहार लोग काए करदे ने। असीं तां गुरुद्वारिਆਂ ਨੂੰ भी नहीं छड्डिया ना ਕੰਮਾਂ ਚੋਂ। जिन्हां बाबिਆਂ ने सानू भटकाया भी इदां करो ये हो जाता, इदां करो ये हो जाता, वो आप जो ट्रीटमेंट लैंदे फिरदे दुनिया दे विच। वो कोई जो इंग्लैंड जाके ट्रीटमेंट करांदा, कोई अमरीका जाके ट्रीटमेंट करांदा, सानू बेवकूफ़ बना के भी ये योगा करोगे, ये अभ्यास करोगे, ऐ करोगे, इदां करोगे तो तुहानू ये रोग नहीं लगेगा। फिर दुनिया नू दसन वाले हो लोगो, हे बाबिओ तुसीं दसो तुसीं आप क्यों रोगी हो गए? विचारन का सबजैक्ट है। असी सोचते हैं असी अन्ने भगत बन जाते हैं। असी की करते अन्ने भगत बन जाते हैं। असी गुरुद्वारिਆਂ ਵਿੱਚ बैठ के ऐ करते बंदे नज़र आते। मैं पूछता भी ये करते सी जी, अखां की दोष नहीं तेज हो ऐ करन लाण। मैं कि जेड़ा करदा ਉਹਦੇ ਤੇ होई नहीं, ਉਹਦੇ चश्मे लाई फिरदा। असी किस पासे तुरे हुए हाँ? भगत कबीर साहब कहते ने हुण बुढ़ेपा आउण ते मौत तो बचन दे आहार करदा है। आओ कि इस दे जिहड़े उद्यम इहो ने, जो उद्यम हुण जदों बुढ़ेपा आ जाए ना, फिर बंदा उद्यम करे, मौत तो बचन दे आहार करदा फिरे भी मौत ना आवे मैनूं, मैं जवान बनया रवां। गुस्ताखी माफ़ करना, असी दाढ़ी काली कर लवांगे, बाल काले कर लवांगे, पर कि बुढ़ेपे का एहसास सानू शरीर चों की पासे हो सकता है, कमजोरी की दूर हो सकती है? नहीं हो सकती। हाँ किते कोई मजबूरी है, गल समझ आती है, पर ऐसी भी की मजबूरी है? पर तुसी देखो कहते ने हुण मनुख की कर रहा है, बुढ़ेपा आउण तो भी मौत तो बचन दे आहार कर रहा। तो मौत तो बचन दे आहार ये इदां दे ने, कबीर साहब उदाहरण दे के कह रहे ने, कहते सूके सरबर पाल बंधावै, लूणै खेत हथ वार करे। कहते सुके हुए तलाब विच वट बन रहा है, ताकि तलाब का जिहड़ा पानी है वो बाहर ना जाए। वो सुक्का होया मूर्खा, हम तो सुक चुके हैं, हुण पानी कित्थे जाना उसका? लूणे हथ पाओ कि खेत वढ लिया। लुणना का अर्थ होंदा वढना। लूणे खेत, खेत नूं किसने वढ लिया तो हथ वार करे, तो हुण खेत की फसल नूं वढ के हुण वाड़ कर रहा। हुण खेत विच फसल ही नहीं तो वाड़ करन दा की लाभ है? भी जे फसल वढ लई, खेत विच फसल ही नहीं है, तो हुण तू कमें हुण मैं वाड़ करनी है। जदों फसल खलोती सी उदों वाड़ करनी सी, जदों समा सी तेरी जिंदगी। देखो बड़े प्यारे उदाहरण दिते ने कबीर साहब ने, कहने लूणे खेत हथ वार करे। ਵੱਡੇ ਹੋਏ खेत ਵਿੱਚ ਜਦੋਂ खेत की वाढी कर ਲਈ, ਜਿਹੜਾ ਬੀਜੀ ਹੋਈ फसल ਲਈ ਉਹਨੂੰ ਵੱਢ ਲਿਆ, ਤੇ ਹੁਣ खेत ਨੂੰ ਬਾੜ ਕਰ ਰਿਹਾ। ਬਾੜ ਪਤਾ ਕਿਉਂ ਹੁੰਦੀ ਸੀ? फसल की राखी वास्ते, भी जानवर अंदर ना आण, आवारा ਜਿਹੜੇ पशु ने वो खेत ਨੂੰ ना उजाड़न। पर हुण खेत की वाढी कर ली है, फसल घर दे विच आ गई है, हुण ते जो तू वाढी हुण वाड़ कर रहा है, हुण दस की लाभ है? पाओ कि मौत तो बचन दे इस तरह के तू उपराले कर रहा है, पर हुण मौत तो सिर ते खलोती हुई है। बचपन सी कहते सी भी अजे छोटा है, जवानी आ गई तो होर कम धंधियां का वक्त है, हुण भजन बंदगी का थोड़ी है। तो जो वृद्ध हो जाएगा यही काम करेगा। हुण वृद्ध हो गया तो हुण वृद्ध होके ये आहार करदा, मौत तो बचन दे उपराले करदा, जतन करदा भी हुण मैनूं मौत ना आवे। एक गल याद रखियो, जवानी बचपन नूं खा जाती है, बुढ़ेपा जवानी नूं खा जाता है, मौत बुढ़ेपे नूं खा जाती है। किसी को रोकिया नहीं रुकना। ये रब्बी नेम है, ये कुदरती नेम है। फिर गल नूं समझो, बचपन नूं जवानी खा जाती है, बुढ़ेपा जवानी नूं खा जाता है, तो मौत
ਬੁਢੇਪੇ ਨੂੰ ਖਾ ਜਾਂਦੀ। ਹੁਣ ਬੁਢੇਪੇ ਦੇ ਵਿੱਚ ਮਹਾਰਾਜ ਕਹਿੰਦੇ ਇਹ ਉਦਮ ਕਰ ਰਿਹਾ ਵੀ ਇਹ ਸਰੀਰ ਹੁਣ ਜਾਵੇ ਹੀ ਨਾ, ਮੌਤ ਆਵੇ ਹੀ ਨਾ, ਤੇ ਤੇਰਾ ਹੁਣ ਇਸ ਆਹਾਰ ਵਿੱਚ ਲੱਗਣਾ। ਇਹ ਤਾਂ ਇਸ ਤਰ੍ਹਾਂ ਹੀ ਸਮਝ ਲੈ ਕਿ ਜਿਵੇਂ ਸਰੋਵਰ ਸੁੱਕ ਗਿਆ ਅਤੇ ਕੋਈ ਉਸਦੇ ਉੱਤੇ ਪਾਲ ਕਰ ਰਿਹਾ ਹੈ, ਕੋਈ ਤਲਾਬ ਦੇ ਵਿੱਚ ਵੱਟ ਬਣ ਰਿਹਾ ਹੈ, ਅਤੇ ਜਿਵੇਂ ਵੱਢਿਆ ਹੋਇਆ ਖੇਤ ਹੈ ਅਤੇ ਉਸਦੇ ਵਿੱਚ ਜਿਵੇਂ ਕੋਈ ਬਾੜ ਕਰ ਰਿਹਾ ਹੈ। ਫਿਰ ਆਖਣ ਲੱਗੇ ਇਹ ਗੱਲ ਯਾਦ ਰੱਖੀ, ਆਇਓ ਚੋਰ ਤੁਰੰਤ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ। ਮਨੁੱਖ ਕੀ ਕਰਦਾ ਹੈ? ਮੇਰੀ ਰਾਖਤ, ਮੁਗਧ ਦਾ ਅਰਥ ਹੈ ਮੂਰਖ ਮਨੁੱਖ ਆਪਣੇ ਸਰੀਰ ਦੀ ਇਸ ਰੱਖਿਆ ਕਰਨ ਵਾਸਤੇ ਉਦਮਸ਼ੀਲ ਹੁੰਦਾ ਰਹਿੰਦਾ, ਯਤਨ ਕਰਦਾ ਰਹਿੰਦਾ ਹੈ। ਪਰ ਆਇਓ ਚੋਰ, ਜਿਹੜਾ ਜਮ ਰੂਪੀ ਚੋਰ ਆਉਂਦਾ ਹੈ ਨਾ, ਤੁਰੰਤ ਲੈ ਕੇ ਉਹ ਉਸ ਵੇਲੇ ਲੈ ਜਾਂਦਾ ਹੈ, ਕਿਉਂਕਿ ਉਹ ਅਚਨਚੇਤ ਆਉਂਦਾ ਹੈ। ਜਿਹਨੂੰ ਬਾਬਾ ਫਰੀਦ ਜੀ ਆਖਦੇ ਨੇ, ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕਿਲਨਾ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਚੋਰ ਦੱਸ ਕੇ ਥੋੜ੍ਹੀ ਆਉਂਦੇ ਹੈ। ਇੱਕ ਵਾਰ ਉਚਾਰਨ ਕਰੋ, ਸਤਨਾਮ। ਚੋਰ ਦੱਸ ਕੇ ਨਹੀਂ ਆਉਂਦਾ, ਚੋਰ ਤਾਂ ਚੁੱਪ ਆਉਂਦਾ। ਕਬੀਰ ਸਾਹਿਬ ਕਹਿੰਦੇ ਜਮ ਰੂਪੀ ਚੋਰ ਆਏ ਅਤੇ ਤੇਰੀ ਜਿੰਦ ਨੂੰ ਲੈ ਕੇ ਚਲੇ ਗਏ। ਮੌਤ ਦਾ ਸੱਦਾ ਆ ਗਿਆ। ਇਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ। ਹੁਣ ਚਿੱਠੀ ਪਾਟੀ ਗਈ ਉੱਥੋਂ। ਹੁਣ ਇਹ ਜਮ ਰੂਪੀ ਚੋਰ ਇਸ ਘਰ ਦੇ ਵਿੱਚ ਕਦੋਂ ਆ ਜਾਏ ਹੁਣ ਪਤਾ ਨਹੀਂ, ਕਿਉਂਕਿ ਉਹ ਅਚਨਚੇਤ ਆਉਂਦਾ, ਚੁੱਪ ਚਾਪ ਆਉਂਦਾ, ਦੱਸ ਕੇ ਨਹੀਂ ਆਉਂਦਾ। ਮੌਤ ਕੋਈ ਦੱਸ ਕੇ ਥੋੜ੍ਹੀ ਆਉਂਦੀ ਹੈ ਵੀ ਫਲਾਣੇ ਦਿਨ ਤੂੰ ਤਿਆਰੀ ਰੱਖੀ ਮੈਂ ਆਵਾਂਗੀ। ਮੌਤ ਕਦੀ ਦੱਸ ਕੇ ਨਹੀਂ ਆਉਂਦੀ। ਮੌਤ ਜਦੋਂ ਵੀ ਆਉਂਦੀ ਹੈ ਅਚਨਚੇਤ ਆਉਂਦੀ ਹੈ। ਪਰ ਮਨੁੱਖ ਇਸ ਮੌਤ ਤੋਂ ਬਚਣ ਦੇ ਬਹੁਤ ਸਾਰੇ ਆਹਾਰ, ਉਦਮ, ਉਪਰਾਲੇ ਕਰਦਾ ਰਹਿੰਦਾ ਹੈ। ਫਿਰ ਅੱਗੇ ਵਚਨ ਕੀਤੇ, ਕਹਿੰਦੇ ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੈ। ਭਗਤ ਕਬੀਰ ਸਾਹਿਬ ਜੀ ਆਖਣ ਲੱਗੇ ਕਿ ਬੁਢੇਪੇ ਦੀ ਹਾਲਤ ਵਿੱਚ ਚਰਨ ਦਾ ਅਰਥ ਹੈ ਪੈਰ, ਸੀਸ ਦਾ ਅਰਥ ਹੈ ਸਿਰ, ਕਰ ਦਾ ਅਰਥ ਹੈ ਹੱਥ, ਕੰਬਣ ਲਾਗੇ ਭਾਵ ਕਿ ਹੁਣ ਪੈਰ ਵੀ ਕੰਬ ਰਹੇ ਨੇ, ਸਿਰ ਵੀ ਹਿਲ ਰਿਹਾ ਹੈ ਔਰ ਹੱਥ ਵੀ ਹਿਲ ਰਹੇ ਨੇ, ਸਾਰਾ ਸਰੀਰ ਕੰਪਨ ਕਰ ਰਿਹਾ ਹੈ। ਅਤੇ ਨੈਣੀ ਨੀਰ ਅਸਾਰ ਬਹਿ, ਨੈਣੀ ਦਾ ਅਰਥ ਹੈ ਅੱਖਾਂ ਵਿੱਚੋਂ ਨੀਰ ਵਗ ਰਿਹਾ, ਅਸਾਰ ਦਾ ਅਰਥ ਹੈ ਲਗਾਤਾਰ ਬਿਨਾਂ ਰੁਕੇ। ਆਪਣੇ ਆਪ ਬੁਢੇਪੇ ਦੀ ਹਾਲਤ ਐਸੀ ਹੈ, ਕਹਿੰਦੇ ਬਿਨਾਂ ਰੋਕੇ ਪਾਣੀ ਜਿਹੜਾ ਉਹ ਵਗੀ ਜਾਂਦਾ ਹੈ। ਇੱਥੇ ਹੀ ਬਸ ਨਹੀਂ ਕਰਨ ਲੱਗੇ, ਜਿਹਵਾ ਬਚਨ ਸੁਧ ਨਹੀਂ ਨਿਕਸੈ। ਹੁਣ ਜ਼ਬਾਨ ਤੋਂ ਬੋਲਦਾ ਕੁਛ ਹੋਰ ਹੈ, ਸੁਣਦਾ ਕੁਛ ਹੋਰ ਹੈ। ਅੱਧੀਆਂ ਗੱਲਾਂ ਵਿੱਚ ਹੀ ਰਹਿ ਜਾਂਦੀਆਂ, ਪਤਾ ਹੀ ਨਹੀਂ ਲੱਗਦਾ। ਬੱਚੇ ਪੁੱਛਦੇ ਨੇ ਹਾਂ ਕੁਛ ਕਿਹਾ ਸੀ, ਤੁਹਾਨੂੰ ਸੁਣਦਾ ਨਹੀਂ। ਹੁਣ ਗੁੱਸਾ ਵੀ ਬੜਾ ਆਉਂਦਾ। ਆਖਣ ਲੱਗੇ ਭਗਤ ਕਬੀਰ ਸਾਹਿਬ ਜੀ, ਕਹਿੰਦੇ ਜਿਹਵਾ ਬਚਨ ਸੁਧ ਨਹੀਂ ਨਿਕਸੈ, ਤਬ ਰੇ ਧਰਮ ਕੀ ਆਸ ਕਰੈ। ਹੁਣ ਤੂੰ ਧਰਮ ਕਮਾਉਣ ਦੀ ਆਸ ਕਰੀ ਬੈਠਾ ਵੀ ਜਦੋਂ ਇੱਕ ਮੌਕਾ ਸੀ ਜੀਵਨ ਦੇ ਵਿੱਚ ਧਰਮ ਕਮਾਉਣ ਦਾ, ਸੱਚ ਨੂੰ ਕਮਾਉਣ ਦਾ, ਉਸ ਵੇਲੇ ਤੂੰ ਕਮਾਇਆ ਨਹੀਂ ਅਤੇ ਹੁਣ ਆਸ ਕਰ ਰਿਹਾ ਵੀ ਮੈਂ ਧਰਮ ਕਮਾ ਲਾਂਗਾ। ਕਹਿੰਦੇ ਹੁਣ ਆਸ ਨਾ ਕਰ ਧਰਮ ਕਮਾਉਣ ਦੀ, ਕਿਉਂਕਿ ਹੁਣ ਧਰਮ ਨਹੀਂ ਕਮਾਇਆ ਜਾਣਾ। ਇਹ ਗੱਲ ਭਗਤ ਭੀਖਨ ਜੀ ਹੁਣਾਂ ਨੇ ਵੀ ਆਪਣੇ ਸ਼ਬਦ ਵਿੱਚ ਆਖੀ ਹੈ। ਕਹਿੰਦੇ ਨੈਣੋ ਨੀਰ ਪਹਿ ਤਨ ਖੀਨਾ, ਪਹਿ ਕੇਸ ਰੁਦਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪੁਰਾਣੀ। ਮੇਰੇ ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੈ ਲੇਹੁ ਉਬਾਰੀ। ਮਾਥੈ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਈ। ਐਸੀ ਵੇਦਨ ਉਪਜ ਖਰੀ ਵਈ, ਵਾਕਾ ਔਖਦ ਨਹੀਂ। ਇਹਦੀ ਕੋਈ ਦਵਾਈ ਨਹੀਂ ਬੁਢੇਪੇ ਦੀ, ਕੋਈ ਇਲਾਜ ਨਹੀਂ, ਕੋਈ ਟ੍ਰੀਟਮੈਂਟ ਨਹੀਂ। ਮੇਰੇ ਕੋਲ ਸਮਾਂ ਨਹੀਂ। ਜਦੋਂ ਸਿਧਾਰਥ ਰਾਜੇ ਤੋਂ ਮਹਾਤਮਾ ਬੁੱਧ ਬਣਦਾ ਹੈ ਅਤੇ ਉਸਦੇ ਪਿੱਛੇ ਦੀ ਕਹਾਣੀ ਵੀ 3 ਕਹਾਣੀਆਂ ਜੁੜੀਆਂ ਹੋਈਆਂ। ਉਹ ਇੱਕ ਬਿਰਧ ਬੰਦੇ ਨੂੰ ਵੇਖਦਾ ਹੈ, ਉਹ ਪੁੱਛਦਾ ਵੀ ਇਹ ਕੀ ਹੋਇਆ।
ਉਹ ਕਹਿੰਦੇ ਜੀ ਇਹ ਬਰਧ ਹੋ ਗਿਆ, ਬੁਢੇਪਾ ਆ ਗਿਆ। ਬੁਢੇਪਾ ਕੀ ਹੁੰਦਾ? ਕਹਿੰਦੇ ਉਮਰ ਵਧੇਰੇ ਇਸ ਦੀ। ਅਤੇ ਕਹਿੰਦਾ ਕਦੀ ਵੀ ਮੈਂ ਵੀ ਬੁੱਢਾ ਹੋਵਾਂਗਾ। ਅਤੇ ਐਲਕਾਰ ਕਰਨ ਲੱਗੇ ਅਸੀਂ ਕਹਿੰਦੇ ਤੁਸੀਂ ਹਜ਼ਾਰਾਂ ਸਾਲ ਸਾਡੇ ਉੱਤੇ ਰਾਜ ਕਰੋ। ਰਾਜੇ ਸਿਧਾਰਥ ਨੂੰ ਕਹਿੰਦੇ ਗੱਲ ਇਹ ਨਹੀਂ, ਮੈਂ ਇਹ ਪੁੱਛ ਰਿਹਾ, ਮੇਰਾ ਜਵਾਬ ਦਿਓ ਵੀ ਮੈਂ ਵੀ ਬੁੱਢਾ ਹੋਵਾਂਗਾ, ਵੀ ਇਹ ਹਾਲਤ ਮੇਰੀ ਵੀ ਹੋਵੇਗੀ, ਵੀ ਸਰੀਰ ਬਿਲਕੁਲ ਕਮਜ਼ੋਰ, ਅੱਖਾਂ ਅੰਦਰ ਧੱਸੀਆਂ ਪਈਆਂ, ਮਾਸ ਹੈ ਨਹੀਂ ਚਿਹਰੇ ਦੇ ਉੱਤੇ, ਵੀ ਇਹ ਹਾਲਤ ਮੇਰੀ ਵੀ ਹੋਣੀ ਹੈ। ਕਹਿੰਦੇ ਜੀ ਲੰਬੀ ਉਮਰ ਦੇ ਵਿੱਚ ਇਹ ਸਾਰਾ ਕੁਝ ਸਾਰਿਆਂ ਨਾਲ ਹੀ ਵਰਤਦਾ ਹੈ। ਉਦਾਸ ਹੋ ਕੇ 1-2 ਮਹੀਨਾ ਮੰਜੇ 'ਤੇ ਪਿਆ ਰਹਿੰਦਾ ਔਰ ਸੋਚਦਾ ਰਹਿੰਦਾ ਵੀ ਇਹ ਹਾਲਤ ਮੇਰੀ ਹੋਣੀ। ਦੂਜੀ ਵਾਰੀ ਫਿਰ ਲੰਘਦਾ ਕਿ ਵੇਖਦਾ ਇੱਕ ਬਿਮਾਰ ਬੰਦਾ ਹੈ ਔਰ ਬੜਾ ਕੁਰਲਾ ਰਿਹਾ ਹੈ। ਪੁੱਛਦਾ ਇਹਨੂੰ ਕੀ ਹੋਇਆ? ਕਹਿੰਦੇ ਬਿਮਾਰ ਹੈ। ਕਹਿੰਦਾ ਕਦੀ ਮੈਂ ਵੀ ਬਿਮਾਰ ਹੋਵਾਂਗਾ। ਐਲਕਾਰ ਕਹਿੰਦੇ ਰਾਜਨ ਅਰਦਾਸ ਹੈ ਤੁਸੀਂ ਕਦੀ ਬਿਮਾਰ ਨਾ ਹੋਵੋ। ਪਰ ਮੈਂ ਪੁੱਛਦਾ ਮੈਂ ਵੀ ਬਿਮਾਰ ਹੋਵਾਂਗਾ? ਕਹਿਣ ਲੱਗੇ ਕੋਈ ਵੀ ਬਿਮਾਰ ਹੋ ਸਕਦਾ। ਉਹ ਰੋਣਾ ਦੇਖ ਕੇ ਔਰ ਜੋ ਫਿਰ ਆ ਕੇ ਪੈ ਜਾਂਦਾ, ਕਈ ਮਹੀਨੇ ਫਿਰ ਨਹੀਂ ਉੱਠਦਾ। ਫਿਰ ਸੈਰ ਕਰਨ ਵਾਸਤੇ ਜਾਂਦਾ 6 ਮਹੀਨੇ ਬਾਅਦ। ਅਤੇ ਜਦੋਂ ਸੈਰ ਕਰਨ ਜਾਂਦਾ ਅਤੇ 4 ਬੰਦਿਆਂ ਨੇ ਇੱਕ ਅੜਤੀ ਚੁੱਕੀ ਹੋਈ ਹੈ, ਰਾਮ ਨਾਮ ਸਤ ਕਹਿੰਦੇ ਜਾ ਰਹੇ ਨੇ। ਸਿਧਾਰਥ ਪੁੱਛਦਾ ਇਹ ਕੀ ਹੈ? ਰਾਜਾ ਸੀ, ਕਦੀ ਦੇਖਿਆ ਨਹੀਂ ਸੀ ਇਹ ਕੁਛ। ਕਹਿਣ ਲੱਗੇ ਜੀ ਗੱਲ ਇੱਦਾਂ ਹੈ ਕਿ ਇਹ ਰਾਮ ਨਾਮ ਸਤ ਹੋ ਗਈ। ਕਹਿੰਦੇ ਦੱਸੋ ਕੀ ਹੋਇਆ? ਕਹਿੰਦੇ ਬੰਦਾ ਮਰ ਗਿਆ। ਕਹਿੰਦੇ ਕਦੀ ਮੈਂ ਵੀ ਮਰਾਂਗਾ। ਐਲਕਾਰ ਕਹਿੰਦੇ ਤੂੰ ਸਦਾ ਜਿਉਂਦਾ ਰਵੇਂ, ਤੂੰ ਕਦੀ ਨਾ ਮਰੇ। ਉਹ ਕਹਿੰਦਾ ਮੇਰਾ ਸਵਾਲ ਇਹ ਹੈ ਮੈਂ ਵੀ ਮਰਾਂਗਾ। ਅਤੇ ਐਲਕਾਰ ਕਹਿੰਦੇ ਵੀ ਮਰਨਾ ਸਾਰਿਆਂ ਨੇ ਹੈ। ਬਸ ਇਹ 3 ਘਟਨਾਵਾਂ ਜੀਵਨ 'ਚ ਵਰਤੀਆਂ। ਘਰ ਚਲਾ ਗਿਆ, ਉਦਾਸ ਹੋ ਗਿਆ ਅਤੇ ਘਰ ਛੱਡ ਕੇ ਰਾਜਾ ਸਿਧਾਰਥ ਆਪਣੀ ਪਤਨੀ ਜਸੋਧਰਾ ਨੂੰ 6 ਮਹੀਨੇ ਦਾ ਪੁੱਤਰ ਸੀ ਰਾਹੁਲ ਅੱਧੀ ਰਾਤ ਘਰ ਤੋਂ ਨਿਕਲਿਆ ਸੀ ਔਰ ਫਿਰ ਮਹਾਤਮਾ ਬੁੱਧ ਹੋ ਕੇ ਪ੍ਰਗਟ ਹੋਇਆ। 3 ਘਟਨਾਵਾਂ ਨੇ ਜੀਵਨ ਨੂੰ ਹਿਲਾ ਕੇ ਰੱਖ ਦਿੱਤਾ। ਭਗਤ ਕਬੀਰ ਸਾਹਿਬ ਕਹਿੰਦੇ ਦੇਖ ਤਾਂ ਸੀ ਜੀਵਨ ਦੇ ਵਿੱਚ ਕਿਤੇ ਝਾਤੀ ਮਾਰ ਕੇ ਵੇਖ ਕਿ ਉਹ ਉਮਰ ਜਦੋਂ ਬੁਢੇਪੇ ਦੀ ਉਮਰ ਆ ਜਾਣੀ ਹੈ ਨਾ, ਹੱਥ ਵੀ ਕੰਬਦੇ ਨੇ, ਗਲਾਸ ਫੜੇਗਾ ਫੜਿਆ ਨਹੀਂ ਜਾਣਾ, ਬੁਰਕੀ ਅੰਦਰ ਮੂੰਹ 'ਚ ਪਾਉਣ ਦੇ ਯਤਨ ਕਰੇਗਾ ਪਾਈ ਨਹੀਂ ਜਾਣੀ। ਕਿਤਨਾ ਦੀ ਹਾਲਤ ਐਸੀ ਹੋ ਜਾਂਦੀ ਹੈ। ਅਸਲ ਬੁਢੇਪਾ ਤਾਂ ਉਹੀ ਹੈ ਨਾ। ਕਹਿੰਦੇ ਜਦੋਂ ਐਸੀ ਹਾਲਤ ਹੋ ਜਾਣੀ ਹੈ ਕਿ ਤੂੰ ਧਰਮ ਦੀ ਆਸ ਉਦੋਂ ਰੱਖਦਾ ਹੈ, ਕਿਉਂਕਿ ਬੰਦਾ ਇਹ ਕਹਿੰਦਾ ਰਹਿੰਦਾ ਮੈਂ ਬੁਢਾਪੇ ਵਿੱਚ ਕਰਾਂਗਾ। ਇਸ ਕਰਕੇ ਇਹ ਪੁਆਇੰਟ ਕਬੀਰ ਸਾਹਿਬ ਨੇ ਇੱਥੇ ਰੱਖਿਆ ਵੀ ਉਸ ਵੇਲੇ ਤੇਰੇ ਕੋਲੋਂ ਬੰਦਗੀ ਨਹੀਂ ਹੋਣੀ। ਉਸ ਵੇਲੇ ਤਾਂ ਤੇਰੇ ਹੱਥ ਕੰਮ ਨਹੀਂ ਕਰ ਸਕਦੇ, ਤੇਰੀ ਅੱਖਾਂ ਜਿਹੜੀ ਦੇਖ ਨਹੀਂ ਸਕਦੀ, ਉਸ ਵੇਲੇ ਕਿਵੇਂ ਤੂੰ ਬੰਦਗੀ ਕਰ ਲਏਗਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਹਰਿ ਜਿਉ ਕਿਰਪਾ ਕਰੈ ਲਿਵ ਲਾਵੈ। ਜੇ ਹਰੀ ਪਰਮਾਤਮਾ ਕਿਰਪਾ ਕਰੇ ਆਪਣੇ ਨਾਲ ਇਸ ਸੁਰਤ ਨੂੰ ਜੋੜ ਲਵੇ ਅਤੇ ਲਾਹਾ ਹਰ ਹਰ ਨਾਮ ਲਿਓ ਤਾਂ ਪਰਮਾਤਮਾ ਦੇ ਨਾਮ ਦਾ ਲਾਭ ਜਿਹੜਾ ਉਹ ਖਟਿਆ ਜਾ ਸਕਦਾ ਹੈ। ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚਲਿਓ। ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਇੱਕ ਇਹ ਪਰਮਾਤਮਾ ਦਾ ਨਾਮ ਰੂਪੀ ਧਨ ਹੈ ਜਿਹੜਾ ਅੰਤ ਵੇਲੇ ਚੱਲਣ ਲੱਗਿਆ ਸਾਡੇ ਨਾਲ ਜਾਣਾ ਹੈ। ਅਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਧਨ ਮੈਂ ਪ੍ਰਾਪਤ ਕਰ ਲਿਆ ਹੈ। ਫਿਰ ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ। ਕਬੀਰ ਸਾਹਿਬ ਆਖਦੇ ਨੇ ਹੇ ਸੰਤ ਜਣੋ ਸੁਣੋ। ਕਹਿੰਦੇ ਅੰਨ ਧਨ ਕਛਵੈ ਲੈ ਨਾ ਗਇਓ। ਅੱਜ ਤੱਕ ਨਾ ਕੋਈ ਅੰਨ ਨਾ ਕੋਈ ਧਨ ਨਾਲ ਲੈ ਕੇ ਨਹੀਂ ਗਏ ਇੱਥੋਂ। ਨਾ ਕੋਈ ਇੱਥੋਂ ਅੰਨ ਲੈ ਕੇ ਜਾਂਦਾ, ਨਾ ਕੋਈ ਧਨ ਲੈ ਕੇ ਜਾਂਦਾ। ਅਤੇ ਕਹਿਣ ਲੱਗੇ ਆਈ ਤਲਬ ਗੋਪਾਲ ਰਾਏ ਕੀ। ਤਲਬ ਦਾ ਅਰਥ ਹੁੰਦਾ ਹੈ ਸੱਦਾ। ਕਹਿੰਦੇ ਜਦੋਂ ਗੋਪਾਲ ਰਾਏ ਦਾ ਸੱਦਾ ਆ ਜਾਂਦਾ ਹੈ, ਚਿੱਠੀ ਆ ਜਾਂਦੀ ਹੈ, ਅਤੇ ਮਾਇਆ ਮੰਦਰ ਛੋੜ ਚਲਿਓ। ਮਾਇਆ ਕਹਿੰਦੇ ਨੇ ਦੌਲਤ ਨੂੰ, ਮੰਦਰ ਕਹਿੰਦੇ ਨੇ ਘਰ ਨੂੰ। ਜਿਸ ਘਰ ਨੂੰ ਮੇਰਾ ਕਹਿੰਦਾ ਸੀ, ਜਿਸ ਮਾਇਆ ਨੂੰ ਮੇਰੀ ਕਹਿੰਦਾ ਸੀ, ਇਹ ਮਾਇਆ ਵੀ ਦੌਲਤ ਵੀ ਅਤੇ ਇਹ ਘਰ ਵੀ ਇੱਥੇ ਛੱਡ ਕੇ ਬੰਦਾ ਆਖਿਰ ਚਲਾ ਜਾਂਦਾ ਹੈ। ਜਿਸ ਕਰਕੇ ਮੇਰੀ ਕਰਕੇ ਆਪਣੇ ਜੀਵਨ ਨੂੰ ਗਵਾਰਿਆ ਸੀ। ਕਬੀਰ ਸਾਹਿਬ ਕਹਿੰਦੇ ਭਾਈ ਇਸ ਸੰਸਾਰ ਦੇ ਵਿੱਚ ਇਹ ਘਰ, ਇਹ ਪਰਿਵਾਰ, ਇਹ ਜੀਵਨ ਕੁਛ ਵੀ ਸਦੀਵ ਕਾਲੀ ਨਹੀਂ ਹੈ, ਇਹ ਨਾਸਵੰਤ ਹੈ। ਇਸ ਕਰਕੇ ਮਰਨ ਤੋਂ ਪਹਿਲਾਂ ਜੀਵਨ ਦੀ ਸੋਝੀ ਲੈ ਕੇ ਗੁਰੂ ਕੋਲੋਂ ਆਪਣੇ ਜੀਵਨ ਨੂੰ ਨਾਮ ਧਨ ਦੇ ਨਾਲ ਮਾਲੋ ਮਾਲ ਕਰ ਲਓ ਕਿ ਜਿਹੜੇ ਧਨ ਦਾ ਤੁਸੀਂ ਗੁਮਾਨ ਕਰਦੇ ਹੋ ਇਹ ਧਨ ਕਿਸੇ ਨਾਲ ਵੀ ਨਹੀਂ ਗਿਆ, ਕੋਈ ਵੀ ਸਾਥ ਲੈ ਕੇ ਨਹੀਂ ਗਿਆ, ਸਾਰੇ ਇੱਥੇ ਛੱਡ ਕੇ ਚਲੇ ਜਾਂਦੇ ਹਨ। ਇੱਕ ਬਚਨ ਕਹਿ ਕੇ ਸਮਾਪਤੀ ਹੈ। ਸਾਥ ਨਾ ਚਾਲੈ ਬਿਨ ਭਜਨ ਵੇਖਿਆ ਸਗਲੀ ਛਾਰ।
हर हर नाम कमावना नानक ਇਹ ਤਨ ਸਾਰ। ਬਸ ਇਸ ਤਨ ਦੇ ਧਾਰਨੀ ਬਣੀਏ। ਔਰ ਜਿਹੜਾ ਤਨ ਮੇਰੀ ਮੇਰੀ ਕਰਕੇ ਅਸੀਂ ਇਕੱਠਾ ਕਰ ਰਹੇ ਹਾਂ ਜਾਂ ਕਹਿ ਰਹੇ ਹਾਂ ਮੇਰਾ ਘਰ ਮੇਰੀ ਦੌਲਤ, ਅਤੇ ਇਹ ਭੁਲੇਖਾ ਛੱਡ ਦਈਏ। ਕਬੀਰ ਸਾਹਿਬ ਕਹਿੰਦੇ ਨੇ ਅੱਜ ਤੱਕ ਕੋਈ ਵੀ ਨਾ ਦੌਲਤ ਲੈ ਕੇ ਗਿਆ ਨਾ ਘਰ ਲੈ ਕੇ ਗਿਆ, ਸਭ ਦੀ ਦੌਲਤ ਇੱਥੇ ਰਹਿ ਗਈ, ਸਭ ਦੇ ਘਰ ਇੱਥੇ ਰਹਿ ਗਏ। ਜਦੋਂ ਉਸ ਪਰਮਾਤਮਾ ਦਾ ਸੱਦਾ ਆ ਜਾਣਾ ਤਾਂ ਸਭ ਕੁਝ ਛੱਡ ਕੇ ਇੱਥੋਂ ਤੁਰਨਾ ਪੈਣਾ। ਇਸ ਕਰਕੇ ਚੰਗਾ ਹੋਵੇ ਜੇ ਸਭ ਕੁਝ ਉਸ ਵੇਲੇ ਛੱਡਣਾ ਸੱਦਾ ਆਉਣ ਤੋਂ, ਫਿਰ ਜੋ ਪਹਿਲਾਂ ਹੀ ਕਿਉਂ ਨਾ ਇਸ ਦੀ ਲਾਲਚ, ਇਹ ਮਮਤਾ, ਮੇਰੀ ਮੇਰੀ ਦੀ ਬਿਰਤੀ ਨੂੰ ਛੱਡ ਕੇ ਤੂੰ ਤੂੰ ਕਰਨਾ ਸ਼ੁਰੂ ਕਰ ਦਈਏ। ਕਿਉਂਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰ ਕਾ ਮਿਟ ਗਿਆ, ਜਦ ਦੇਖਾਂ ਤਦ ਤੂੰ ਦੀ ਫਿਰ ਪ੍ਰਾਪਤੀ ਹੋਵੇਗੀ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।